ਸੋ ਜ਼ਿਕਰ ਕਰਦੇ ਆ ਪੰਜਾਬ ਦੇ ਵੱਡੇ ਕਿਡਨੀ ਰੈਕਟ ਦਾ ਪਰਦਾਫਾਸ਼ ਹੋਇਆ। 3 ਸਾਲ ਦੇ ਵਿੱਚ 34 ਲੋਕਾਂ ਦੀ ਕਿਡਨੀ ਜਿਹੜੀ ਹੈ ਟ੍ਰਾਂਸਪਲਾਂਟ ਹੋਈ ਹੈ। ਜ਼ਰੂਰਤਮੰਦਾਂ ਨੂੰ 16 ਤੋਂ 25 ਲੱਖ ਤੱਕ ਕਿਡਨੀ ਵੇਚੀ ਜਾਂਦੀ ਸੀ। ਸੋ ਇਸ ਮਾਮਲੇ ਦੇ ਹੁਣ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਸੋ SIT ਦਾ ਗਠਨ ਹੋ ਚੁੱਕਾ ਹੈ। SP ਨਵਰੀਤ ਵਿਰਕ ਦੀ ਅਗਵਾਈ ਦੇ ਵਿੱਚ ਇਹ SIT ਹੁਣ ਜਾਂਚ ਕਰੇਗੀ। ਸੋ ਟ੍ਰਾਂਸਪਲਾਂਟ ਫਰਾਡ ਮਾਮਲੇ ਦੀ ਜਾਂਚ ਲਈ 3 ਮੈਂਬਰੀ SIT ਦਾ ਗਠਨ ਹੋ ਚੁੱਕਾ ਹੈ। ਸੋ ਇੱਕ ਮਾਮਲਾ ਜਗ ਜ਼ਾਹਿਰ ਹੋਇਆ ਸੀ, ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਕਈ ਪਰਤਾਂ ਖੁੱਲਣਗੀਆਂ। ਸੋ ਚੰਡੀਗੜ੍ਹ ਅੰਬਾਲਾ ਮੁੱਖ ਸੜਕ ਦੇ ਉੱਤੇ ਪਿੰਡ ਜਵਾਹਰਪੁਰ ਨੇੜੇ ਸਥਿਤ ਇੰਡਸ ਇੰਟਰਨੈਸ਼ਨਲ ਹਸਪਤਾਲ ਹੈ, ਜਿੱਥੋਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਸੋ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਖੁਲਾਸੇ ਹੋ ਸਕਦੇ ਨੇ। SIT ਜਿਹੜੀ ਬਣਾਈ ਗਈ ਹੈ ਹੁਣ ਜਾਂਚ ਕਰੇਗੀ, ਤੱਥਾਂ ਨੂੰ ਖੰਗਾਲੇਗੀ ਕਿ ਆਖਰਕਾਰ ਕੀ ਕੁਝ ਹੋਇਆ ਸੀ ਤੇ ਕੀ ਨਹੀਂ ਹੋਇਆ ਸੀ। ਸਾਡੇ ਸਹਿਯੋਗੀ ਬਜ਼ਮ ਵਰਮਾ ਇਸ ਸਮੇਂ SIT ਦੇ ਇੱਕ ਮੈਂਬਰ ਦੇ ਨਾਲ ਲਾਈਵ ਜੁੜਨਗੇ ਸਾਡੇ ਨਾਲ। ਸੋ ਬਜ਼ਮ, ਓਵਰ ਟੂ ਯੂ। ਬਿਲਕੁਲ, ਦੇਖੋ ਜਿਸ ਤਰੀਕੇ ਨਾਲ ਸਭ ਤੋਂ ਪਹਿਲਾਂ ਇਹ ਜਾਣਕਾਰੀ ਮਿਲੀ ਹੈ ਕਿ ਕਿਡਨੀ ਕਿਸ ਤਰੀਕੇ ਨਾਲ ਕੱਢ ਕੇ ਜਿਹੜਾ ਹੈ ਉਹ ਇੱਕ ਸਕੈਮ ਚਲਾਇਆ ਜਾ ਰਿਹਾ ਸੀਗਾ, ਕੀ ਕੁਝ ਚੱਲ ਰਿਹਾ ਸੀਗਾ। ਇਸ ਵਿੱਚ ਸਾਡੇ ਨਾਲ ASP ਡਾਕਟਰ ਦਰਪਨ ਆਲੂਵਾਲੀਆ ਨੇ। ਮੈਮ, ਤੁਸੀਂ SIT ਦੇ ਵੀ ਮੈਂਬਰ ਹੋ, ਪਰ ਜੋ ਇੰਨਾ ਵੱਡਾ ਇੱਕ ਸਕੈਮ ਸਾਹਮਣੇ ਆ ਰਿਹਾ ਹੁਣ ਫਿਲਹਾਲ ਕੀ ਕੁਝ ਸਾਹਮਣੇ ਆਇਆ ਹੈ ਤੇ FIR ਸਭ ਤੋਂ ਪਹਿਲਾਂ ਕੀ ਰਿਪੋਰਟ ਜ਼ਾਹਿਰ ਕੀਤੀ ਗਈ ਕਿ ਉਹ ਵਿਅਕਤੀ ਜਿਹੜਾ ਸੀਗਾ ਜਿਹਨੇ ਇਹ ਕੰਪਲੇਂਟ ਦਿੱਤੀ ਹੈ ਕਿ ਉਹਨੂੰ ਛਡਾਇਆ ਗਿਆ ਸੀਗਾ ਜਾਂ ਕਿਸ ਤਰੀਕੇ ਨਾਲ ਕਿਸ ਕੰਪਲੇਂਟ ਦੇ ਆਧਾਰ ਤੇ ਜਿਹੜਾ ਹੈ ਉਹ ਸਾਰਾ ਸਕੈਮ ਸਾਹਮਣੇ ਆਇਆ? On basis of secret information ਅਸੀਂ ਰਜਿਸਟਰ ਕੀਤੀ FIR ਅੰਡਰ ਚੀਟਿੰਗ ਤੇ ਜਿਹੜਾ ਫੋਰਜਰੀ ਆਫ ਡਾਕੂਮੈਂਟਸ ਤੇ ਉਹਨਾਂ ਨੂੰ ਯੂਜ਼ ਕੀਤਾ ਗਿਆ ਅਤੇ ਜਿਹੜੀ ਟ੍ਰਾਂਸਪਲਾਂਟੇਸ਼ਨ ਆਫ ਹਿਊਮਨ ਆਰਗਨ ਐਕਟ 1994 ਦੀ ਉਹਦੀ ਰੈਲੇਵੈਂਟ ਧਾਰਾਵਾਂ ਦੇ ਅੰਦਰ FIR ਨੰਬਰ 83/23 ਥਾਣਾ ਡੇਰਾਬੱਸੀ ਇਹ ਅਸੀਂ FIR ਲੌਂਚ ਕੀਤੀ ਔਨ ਦ ਬੇਸਿਸ ਆਫ ਸੀਕ੍ਰੀਟ ਇਨਫੋਰਮੇਸ਼ਨ। ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਇੱਕ ਹਸਪੀਟਲ ਹੈ ਇੰਡਸ ਹਸਪੀਟਲ ਡੇਰਾਬੱਸੀ 'ਚ ਜਿਹੜਾ ਕਿ ਡਾਕੂਮੈਂਟਸ ਦੀ ਫੋਰਜਰੀ ਅਤੇ ਜਿਹੜੇ ਬਲੱਡ ਸੈਂਪਲਸ ਨੇ ਉਹਨਾਂ ਦੀ ਮਿਕਸਿੰਗ ਅਪ, ਉਹਨਾਂ ਦੀ ਫਜਿੰਗ ਅਪ ਕਰਕੇ ਇੱਕ ਇੱਥੇ ਇੱਕ ਕਿਡਨੀ ਰੈਕਟ ਚੱਲ ਰਿਹਾ ਹੈ ਕਿਸੇ ਅਨਨੋਨ ਬੰਦਿਆਂ ਦੇ ਦੁਆਰਾ। ਉਸ ਤੋਂ ਬਾਅਦ ਅਸੀਂ FIR ਦਿੱਤੀ ਐਂਡ ਇਸ FIR ਦੇ ਬਾਅਦ ਅਸੀਂ ਅਗਲੇ ਦਿਨ ਅਸੀਂ ਅਰੈਸਟ ਕੀਤੇ 2 ਬੰਦੇ। ਇੱਕ ਦਾ ਨਾਮ ਹੈਗਾ ਰਾਜ ਨਾਰਾਇਣ ਜਿਹੜਾ ਕਿ UP ਦਾ ਹੈ, ਜਿਹਦਾ ਰੋਲ ਬਾਅਦ ਚੋਂ ਸਾਹਮਣੇ ਆਉਂਦਾ ਹੈਗਾ ਕਿ ਜਿਹੜੇ ਟਾਊਟਸ ਨੇ ਜਿਹੜੇ ਕਿ ਉਹਨਾਂ ਕੋਲ ਇੱਕ ਰਿਸੀਪੀਐਂਟ ਤੇ ਡੋਨਰ ਪੂਲ ਹੈਗਾ, ਜਿਹੜੇ ਕਿ ਆਪਣੇ ਸ਼ਾਇਦ ਪੈਨ ਨਾਰਥ ਇੰਡੀਆ ਹੀ ਇਹਨਾਂ ਦਾ ਪੂਰਾ ਨੈਟਵਰਕ ਹੈ ਜਿੱਥੇ ਹਸਪੀਟਲਸ ਨੂੰ ਪ੍ਰੋਵਾਈਡ ਕਰਦੇ ਨੇ ਇਹੋ ਜਿਹੇ ਫਰਜ਼ੀ ਡੋਨਰ ਅਤੇ ਰਿਸੀਪੀਐਂਟ। ਉਹ ਹੈਗਾ ਰਾਜ ਨਾਰਾਇਣ, ਹੀ ਇਜ਼ ਇਨ ਜੁਡੀਸ਼ੀਅਲ ਕਸਟਡੀ ਰਾਈਟ ਨਾਓ ਐਂਡ ਦ ਸੈਕੰਡ ਇਜ਼ ਇੰਡਸ ਹਸਪੀਟਲ ਦਾ ਜਿਹੜਾ ਟ੍ਰਾਂਸਪਲਾਂਟ ਕੋਆਰਡੀਨੇਟਰ ਹੈ, ਨੇਮਲੀ ਅਭਿਸ਼ੇਕ। ਤੇ ਮੈਮ FIR 'ਚ ਅਭਿਸ਼ੇਕ ਨਾਂ ਦੇ ਵਿਅਕਤੀ ਦਾ ਨਾਮ ਸਾਹਮਣੇ ਆਇਆ ਤੇ ਕਿਉਂਕਿ ਇਹ ਵੀ ਅਸੀਂ ਇਨਵੈਸਟੀਗੇਸ਼ਨ 'ਚ ਪਤਾ ਲੱਗਿਆ ਕਿ ਉਹ ਕਾਫੀ ਜਿੰਨੀ ਕੁ ਉਹਦੀ ਸੈਲਰੀ ਸੀਗੀ, ਸੈਲਰੀ ਦੇ ਹਿਸਾਬ ਨਾਲ ਉਹਨੇ ਨਵਾਂ ਫਲੈਟ ਵੀ ਲਿੱਤਾ ਸੀਗਾ ਇੱਕ ਜ਼ੀਰਕਪੁਰ 'ਚ ਹੀ, ਨਵੀਂ ਗੱਡੀ ਵੀ ਲਿੱਤੀ ਸੀਗੀ। ਇਹ ਸਾਰੇ ਪੈਸੇ ਕਿੱਥੋਂ ਆ ਰਹੇ ਸੀਗੇ ਤੇ ਜਿਹੜਾ ਡੋਨਰ ਸੀਗਾ ਜਿਹਨੇ ਇਹ ਦਿੱਤੀ ਕਿਡਨੀ, ਉਹਦੇ ਅਕਾਊਂਟ 'ਚ ਵੀ ਪੈਸੇ ਆਏ 4.5 ਲੱਖ ਰੁਪਏ, 10 ਲੱਖ ਰੁਪਏ ਦੀ ਗੱਲ ਕੀਤੀ ਜਾ ਰਹੀ ਸੀ, ਉਹਨੂੰ 4.5 ਲੱਖ ਰੁਪਏ ਮਿਲਦੇ ਨੇ, ਉਹ ਕਿਤੇ ਥਰੂ ਆਏ? ਇਹ ਸਾਰੀ ਇਨਵੈਸਟੀਗੇਸ਼ਨ 'ਚ ਕਿਵੇਂ ਚੱਲ ਰਹੀ? ਇੱਦਾਂ ਹੈ ਕਿ ਜਿਹੜੀ ਅਜੇ ਤੱਕ ਇੰਟਰੋਗੇਸ਼ਨ ਹੋਈ ਹੈ ਉਹਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਿਹੜਾ ਰਿਸੀਪੀਐਂਟ ਸੀ ਉਹ ਤਕਰੀਬਨ 25 ਲੱਖ ਦੇ ਨਾਲ ਉਹਦੀ ਟੋਟਲ ਡੀਲ ਹੁੰਦੀ ਸੀ ਇੰਕਲੂਡਿੰਗ ਦੀ ਹਸਪੀਟਲ ਐਕਸਪੈਂਸਸ। ਇਹ 25 ਲੱਖ ਵਿੱਚੋਂ 5 ਲੱਖ ਤਾਂ ਡੋਨਰ ਨੂੰ ਦਿੱਤੇ ਜਾਂਦੇ ਸੀ। ਬਾਕੀ ਲੋਕ ਕਿੰਨੇ ਇਨਵੋਲਵ ਨੇ ਇਸ ਸਕੈਮ ਵਿੱਚ ਤੇ ਕਿਹਦਾ ਕੀ ਕੁਝ ਕੱਟ ਹੋਏਗਾ ਉਹ ਅੱਗੇ ਦੀ ਇਨਵੈਸਟੀਗੇਸ਼ਨ ਸਾਨੂੰ ਪਤਾ ਚੱਲੇਗਾ। ਇੱਕ ਬੜਾ ਮੈਡੀਕਲ ਕੁਐਸਚਨ ਰਹੇਗਾ ਕਿਉਂਕਿ ਇਹ ਦਿਖਾ ਕੇ ਕਰਦੇ ਸੀਗੇ ਕਿ ਰਿਸ਼ਤੇਦਾਰ ਨੇ ਆਪਸ ਦੇ, ਪਰ ਰਿਸ਼ਤੇਦਾਰੀ ਨਹੀਂ ਸੀਗੀ। ਤਾਂ ਕਿਤੇ ਨਾ ਕਿਤੇ ਹਸਪੀਟਲ ਦੀ ਵੀ ਇਹ ਕਾਰਵਾਈ ਬਣਦੀ ਹੈ ਕਿ ਕ੍ਰਾਸ ਚੈੱਕ ਪੂਰੇ ਤਰੀਕੇ ਨਾਲ ਨਹੀਂ ਕਰਾਇਆ ਗਿਆ ਜਾਂ ਪੁਲਿਸ ਵੈਰੀਫਿਕੇਸ਼ਨ ਪੂਰੇ ਤਰੀਕੇ ਨਾਲ ਨਹੀਂ ਕਰਾਈ ਗਈ, ਪਰ ਨਾਲ ਦੇ ਨਾਲ ਜਿਹੜੇ ਬਲੱਡ ਸੈਂਪਲ ਸੀਗੇ ਜਦ ਰਿਸ਼ਤੇਦਾਰੀ ਨਹੀਂ ਹੈਗੀ ਤਾਂ ਬਲੱਡ ਸੈਂਪਲ ਮੈਚ ਵੀ ਨਹੀਂ ਕਰਨਗੇ, ਤਾਂ ਕਿਤੇ ਨਾ ਕਿਤੇ ਇਹ ਸਾਰੇ ਵੀ ਫਿਰ ਘੇਰੇ ਚ ਆ ਰਹੇ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਹੈ। ਇਹਦੇ ਅੰਦਰ ਅਸੀਂ ਇਹਨੂੰ 3 ਪੱਖਾਂ ਤੋਂ ਦੇਖਦੇ ਹੈਗੇ ਆ। ਸਭ ਤੋਂ ਪਹਿਲਾਂ ਹੈ ਜਿਹੜਾ ਤੁਹਾਡਾ ਬਲੱਡ ਸੈਂਪਲ ਵਾਲਾ, ਕਿ ਜੇਕਰ ਇਹ ਕਲੋਜ਼ ਰਿਲੇਟਿਵ ਨਹੀਂ ਸੀ ਤੇ ਇਹਨਾਂ ਦਾ DNA ਵਿੱਚ ਕਲੋਜ਼ ਰਿਲੇਟਿਵ ਕਿਵੇਂ ਦਿਖਾ ਰਹੇ ਨੇ ਤੇ ਉਹੀ ਡਾਕੂਮੈਂਟ ਨੱਥੀ ਨੇ ਇਹਨਾਂ ਦੀ ਲੀਗਲ ਫਾਈਲ ਵਿੱਚ। ਇਹ ਅਜੇ ਤੱਕ ਪਤਾ ਚੱਲਿਆ ਹੈ ਕਿ ਜਿਹੜਾ ਬਲੱਡ ਸੈਂਪਲ ਲਿੱਤਾ ਜਾਂਦਾ ਸੀ ਉਹ ਲੈਬ ਵਿੱਚ ਲਿੱਤਾ ਜਾਂਦਾ ਸੀ, ਬਟ ਉਹਦੀ ਟੈਸਟਿੰਗ ਹੁੰਦੀ ਸੀ ਬਾਹਰੋਂ ਦੀ। ਇਸ ਲਈ ਕਿਤੇ ਨਾ ਕਿਸੇ ਲੈਵਲ ਤੇ ਇਹ ਮਿਕਸ ਅਪ ਹੋਏ ਨੇ, ਇੱਥੇ ਫਜਿੰਗ ਹੋਈ ਹੈ।
ਦੂਜਾ ਹੈਗਾ ਕਿ ਜਿਹੜੀ ਪੁਲਿਸ ਵੈਰੀਫਿਕੇਸ਼ਨ ਦੀ ਤੁਸੀਂ ਗੱਲ ਕੀਤੀ, DRME ਜਿਨ੍ਹਾਂ ਤੋਂ ਇਹਨਾਂ ਨੂੰ ਲਾਇਸੈਂਸ ਮਿਲਦਾ ਹੈ ਰੀਨਲ ਟ੍ਰਾਂਸਪਲਾਂਟ ਦਾ, ਇਹਨਾਂ ਦੇ ਵੱਲੋਂ ਇੱਕ ਚੈੱਕਲਿਸਟ ਜਾਰੀ ਹੁੰਦੀ ਹੈ। ਉਸ ਚੈੱਕਲਿਸਟ ਵਿੱਚ ਬੇਸਿਕ ਟੈਸਟ ਅਤੇ DNA ਐਟਸੈਟਰਾ ਦੇ ਨਾਲ ਇੱਕ ਇੰਪੋਰਟੈਂਟ ਹੁੰਦਾ ਹੈ ਕਿ ਤੁਸੀਂ ਪੁਲਿਸ ਵੈਰੀਫਿਕੇਸ਼ਨ ਕਰਾਣੀ ਹੈਗੀ ਹੈ। From the head of any hospital who is conducting renal transplant, ਉਹ ਅੱਗੇ ਉਸ ਜ਼ਿਲ੍ਹੇ ਦੇ SSP ਨੂੰ ਲਿਖਦੇ ਨੇ ਕਿ ਵੈਰੀਫਾਈ ਕਰਨ ਲਈ, ਤੇ ਉਸ ਤੋਂ ਬਾਅਦ ਉਹਨਾਂ ਦੀ ਇਹ ਕੋਰਸਪੋਂਡੈਂਸ ਚੱਲਦੀ ਹੈਗੀ ਹੈ। ਜਿਹੜੇ ਕੇਸਿਸ ਨੇ ਜਿਨ੍ਹਾਂ ਦੀ ਅਸੀਂ ਫਾਈਲਸ ਵਾਚੀਆਂ ਨੇ ਅਜੇ ਇਨ ਦ ਰੀਸੈਂਟ ਪਾਸਟ ਜਿਹੜੇ ਟ੍ਰਾਂਸਪਲਾਂਟਸ ਹੋਏ ਨੇ, ਉਹਨਾਂ ਵਿੱਚ ਪੁਲਿਸ ਵੈਰੀਫਿਕੇਸ਼ਨ ਨਹੀਂ ਕੀਤੀ ਗਈ ਹੈ। ਇੱਕ ਇਹ ਲੈਪਸ ਆਇਆ ਹੈ। ਤੀਜੀ ਗੱਲ ਇਹ ਹੈਗੀ ਹੈ ਕਿ ਤੁਸੀਂ ਜਿਵੇਂ ਕਿਹਾ ਕਿ ਹਸਪੀਟਲ ਦੀ ਵੀ ਰਿਸਪੌਂਸਿਬਿਲਿਟੀ ਬਣਦੀ ਹੈਗੀ ਹੈ ਕਿ ਉਹ ਇਨਸ਼ੋਰ ਕਰਦੇ। ਬਿਲਕੁਲ ਸਹੀ, ਐਕਟ ਵੀ ਇਹ ਕਹਿੰਦਾ ਹੈ ਕਿ ਦ ਕੰਪੀਟੈਂਟ ਕਮੇਟੀ ਹੈਜ਼ ਟੂ ਸੈਟੀਸਫਾਈ ਇਟਸੈਲਫ ਕਿ ਇਹ ਵਾਲਾ ਜਿਹੜਾ ਟ੍ਰਾਂਸਪਲਾਂਟ ਹੋ ਰਹੇ ਨੇ ਇਹ ਆਊਟ ਆਫ ਲਵ ਐਂਡ ਅਫੈਕਸ਼ਨ ਹੋ ਰਹੇ ਨੇ ਤੇ ਇਹਨਾਂ ਵਿੱਚ ਕੋਈ ਵੀ ਕਮਰਸ਼ੀਅਲ ਡੀਲਿੰਗ ਇਨਵੋਲਵਡ ਨਹੀਂ ਹੈ। ਇਸ ਵਾਸਤੇ ਅਸੀਂ ਆਪਣਾ ਬਤੌਰ ਐਵੀਡੈਂਸ ਲਈ ਤੇ ਬਾਕੀ ਦੀ ਇੰਟਰੋਗੇਸ਼ਨ ਲਈ ਇਹਨਾਂ ਤੋਂ ਸਾਰੀ ਇਹਨਾਂ ਦੀ ਵੀਡੀਓ ਫੁਟੇਜ ਲਿੱਤੀ ਹੈਗੀ ਹੈ। ਫੋਰ ਐਗਜ਼ਾਮਪਲ ਕੋਈ ਇਹ ਵਾਲੇ ਕੇਸ ਦੀ ਗੱਲ ਕਰੀਏ ਤੇ ਇੱਕ ਰੀਅਲ ਫਾਦਰ, ਇੱਕ ਰੀਅਲ ਸਨ ਤੇ ਜਿਹੜਾ ਫਰਜ਼ੀ ਬੇਟਾ ਹੈ ਜਿਹਨੂੰ ਐਕਚੁਅਲ ਉਹ ਆਪਣਾ ਦੂਜਾ ਬੇਟਾ ਬਣਾ ਕੇ ਉਹ ਤੋਂ ਕਿਡਨੀ ਲੈ ਰਿਹਾ ਹੈ, ਇਹ ਸਾਰਿਆਂ ਨੂੰ ਇਕੱਠੇ ਬਣਾ ਕੇ ਇਟ ਇਜ਼ ਦੀ ਰਿਸਪੌਂਸਿਬਿਲਿਟੀ ਆਫ ਦਿਸ ਕੰਪੀਟੈਂਟ ਕਮੇਟੀ ਜਿਹੜੀ 6 ਮੈਂਬਰੀ ਹੁੰਦੀ ਹੈ ਟੂ ਸੈਟੀਸਫਾਈ ਦੈਮਸੈਲਫ ਕਿ ਇਹਦੇ ਵਿੱਚ ਕੋਈ ਹੇਰ-ਫੇਰ ਨਹੀਂ ਹੈ। ਇਨਵੈਸਟੀਗੇਸ਼ਨ 'ਚ ਕੁਝ ਸਾਹਮਣੇ ਆਇਆ ਕਿਉਂਕਿ ਜਾਣਕਾਰੀ ਇਹ ਮਿਲ ਰਹੀ ਹੈ ਕਿ 33 ਤੋਂ 34 ਕੇਸ ਇਹੋ ਜਿਹੇ ਹੋਏ ਨੇ ਇੱਥੇ ਕਿਡਨੀ ਟ੍ਰਾਂਸਪਲਾਂਟ ਦੇ। ਕੀ ਇਹ ਸਾਰੇ ਹੀ ਫਰਜ਼ੀ ਸੀਗੇ ਜਾਂ ਇਹਨਾਂ 'ਚੋਂ ਹਲੇ ਇਨਵੈਸਟੀਗੇਸ਼ਨ 'ਚ ਪਤਾ ਲੱਗੂਗਾ ਕਿ ਕਈ ਸਾਰੇ ਫਰਜ਼ੀ ਵੀ ਨੇ ਇਹਨਾਂ 'ਚੋਂ? ਨਹੀਂ, ਇਹ ਸਾਰੇ ਫਰਜ਼ੀ ਨਹੀਂ ਸੀ, ਕਈ ਐਕਚੁਅਲ ਵੀ ਕੇਸ ਨਿਕਲ ਕੇ ਆਏ ਨੇ। ਇਹ ਜਿਹੜੇ 33 ਕੇਸ ਦੀ ਅਸੀਂ ਗੱਲ ਕਰ ਰਹੇ ਹਾਂ ਇਹ 2021 ਤੋਂ ਲੈ ਕੇ 14 ਮਾਰਚ 2023 ਤੱਕ ਦੇ ਹੈਗੇ ਨੇ ਜਿਹੜੇ ਇੰਡਸ ਹਸਪੀਟਲ 'ਚ ਹੋਏ ਨੇ। ਤੇ ਇਹਨਾਂ 'ਚੋਂ ਕਈਆਂ ਦੀ ਆਪਣਾ ਸੈਂਕਸ਼ਨਿੰਗ ਇਸ ਕਮੇਟੀ ਤੋਂ ਅੱਗੇ ਵੀ ਜਿਹੜੀ ਕਮੇਟੀ ਹੈਗੀਆਂ ਨੇ ਐਕਟ ਦੇ ਵਿੱਚ ਉਹ ਵੀ ਕਰਦੇ ਰਹੇ ਨੇ ਤੇ ਕਈ ਠੀਕ ਵੀ ਨੇ। ਇਸ ਲਈ ਅਸੀਂ ਇਹ ਸਾਰੀ ਫਾਈਲਸ ਨੂੰ ਅਸੀਂ ਚੰਗੀ ਤਰ੍ਹਾਂ ਵਾਚ ਰਹੇ ਹਾਂ ਬਿਕੋਜ਼ ਇਹ ਥੋੜਾ ਕੰਪਲੈਕਸ ਪ੍ਰੋਸੈਸ ਹੈ, ਸੋ ਇਟ ਵਿਲ ਨੈਚੁਰਲੀ ਟੇਕ ਟਾਈਮ। ਬਟ ਇਹੋ ਜਿਹੇ 2 ਕੇਸ ਤਾਂ ਸਾਹਮਣੇ ਆ ਗਏ ਨੇ। ਸੋ ਇਹ ਜੇ 2 ਕੇਸ ਇੱਥੇ ਹੀ ਸਾਹਮਣੇ ਆਏ ਨੇ ਜਿਹੜੇ? ਬਿਲਕੁਲ। ਅੱਛਾ ਮੈਮ, ਜਿਹੜਾ ਆਰੋਪੀ ਸੀਗਾ ਜਾਂ ਫਿਰ ਜਿਹਨੇ ਕਿਡਨੀ ਦਿੱਤੀ, ਕਪਿਲ ਨਾਂ ਦਾ ਵਿਅਕਤੀ ਜਿਹੜਾ ਸਾਹਮਣੇ ਆ ਰਿਹਾ ਹੈ, ਉਹ ਇਸ ਵਕਤ ਕਿੱਥੇ ਹੈ? ਕਿਉਂਕਿ ਉਹ ਕੋਈ ਕਹਿ ਰਿਹਾ ਕਿ ਉਹ ਪੁਲਿਸ ਹਿਰਾਸਤ 'ਚ ਹੈ ਕਿਉਂਕਿ ਉਹਨੇ ਵੀ ਗਲਤ ਤਰੀਕੇ ਨਾਲ ਜਿਹੜਾ ਹੈ ਉਹ ਆਪਣੀ ਕਿਡਨੀ ਦਿੱਤੀ। ਇਹ ਸਾਰਾ ਇਲੀਗਲ ਪ੍ਰੋਸੈਸ ਸੀਗਾ ਜਿਸ 'ਚ ਉਹ ਸ਼ਾਮਿਲ ਸੀਗਾ। ਕਿ ਉਹਨੂੰ ਵੀ ਹਿਰਾਸਤ 'ਚ ਲਿੱਤਾ ਗਿਆ ਜਾਂ ਫਿਰ ਉਹ ਕਿੱਥੇ? ਨਹੀਂ, ਉਹ ਸਾਡੀ ਪੁਲਿਸ ਹਿਰਾਸਤ ਵਿੱਚ ਨਹੀਂ ਹੈ। ਉਹਦੀ ਸਟੇਟਮੈਂਟ ਜ਼ਰੂਰ ਲਿੱਤੀ ਹੈਗੀ ਅਸੀਂ, ਬਟ ਹੀ ਇਜ਼ ਨਾਟ ਇਨ ਆਰ ਕਸਟਡੀ। ਉਸ ਤੇ ਵੀ ਕੋਈ ਲੀਗਲ ਐਕਸ਼ਨ ਕੋਈ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ? ਜਿਵੇਂ ਮੈਂ ਕਿਹਾ ਕਿ ਵੀ ਆਰ ਸਟਿਲ ਐਟ ਪ੍ਰੀਲਿਮਿਨਰੀ ਸਟੇਜ ਆਫ ਆਰ ਇਨਵੈਸਟੀਗੇਸ਼ਨ। ਚੰਗੀ ਤਰ੍ਹਾਂ ਇਹ ਸਾਰੇ ਡਾਕੂਮੈਂਟਸ ਵਾਚਣ ਲਈ ਟਾਈਮ ਲੱਗਦਾ ਹੈ ਤੇ ਜੇਕਰ ਉਹਦਾ ਕੋਈ ਰੋਲ ਨਿਕਲ ਕੇ ਆਂਦਾ ਹੈ ਦੈਨ ਡੈਫੀਨਿਟਲੀ ਹੀ ਵਿਲ ਬੀ ਆਲਸੋ ਇਨ ਦ ਡੌਕ। ਇੰਡਸ ਹਸਪੀਟਲ ਦੇ ਇਲਾਵਾ ਵੀ ਹੋਰ ਕਈ ਸਾਰੇ ਹਸਪੀਟਲ ਨੇ। ਜੇ ਟਰਾਈ ਸਿਟੀ ਦੀ ਗੱਲ ਕਰ ਲਈਏ, ਚੰਡੀਗੜ੍ਹ ਦੀ ਗੱਲ ਕਰ ਲਈਏ, ਪੰਚਕੂਲਾ ਦੀ ਗੱਲ ਕਰ ਲਈਏ, ਮੋਹਾਲੀ ਦੀ ਗੱਲ ਕਰ ਲਈਏ, ਆਸ-ਪਾਸ ਹੋਰ ਵੀ ਹਸਪੀਟਲ ਨੇ। ਕੋਈ ਇਹ ਜਿਹੜਾ ਨੈਕਸਸ ਚੱਲ ਰਿਹਾ ਸੀਗਾ ਇਹ ਸਿਰਫ ਇੰਡਸ ਹਸਪੀਟਲ ਤੱਕ ਹੀ ਜਿਹੜਾ ਹੈ ਉਹ ਸੀਗਾ ਜਾਂ ਫਿਰ ਉਸ ਤੋਂ ਬਾਹਰ ਵੀ ਕੋਈ ਹਸਪੀਟਲ ਜਿਹੜੇ ਉਹ ਨਾ ਸਾਹਮਣੇ ਆ ਰਹੇ ਨੇ? ਸੋ ਬਜ਼ਮ ਤੁਸੀਂ ਆਪਣੀ ਗੱਲਬਾਤ ਜਾਰੀ ਰੱਖੋ। ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਹਰ ਸਕੈਮ ਦੀ ਇੱਕ ਬੈਕਵਰਡ ਤੇ ਫਾਰਵਰਡ ਲਿੰਕੇਜ ਹੁੰਦੀ ਹੈ। ਫਾਰਵਰਡ ਹਸਪੀਟਲ ਦੇ ਨਾਲ ਮਿਲੀ ਹੁੰਦੀ ਹੈ, ਜਿਹੜੀ ਬੈਕਵਰਡ ਹੁੰਦੀ ਹੈ ਜਿਹੜੇ ਟਾਊਟ ਤੇ ਚਲਾ ਰਹੇ ਨੇ ਧੰਦਾ। ਤੇ ਜਿਵੇਂ ਕਿ ਇਸ ਕੇਸ ਵਿੱਚ ਵੀ ਇਹ ਜ਼ਿਆਦਾਤਰ ਦੇਖਣ ਵਿੱਚ ਮੇਰੀ ਜਿਹੜੀ ਆਬਜ਼ਰਵੇਸ਼ਨ ਹੈ ਉਹ ਇਹ ਕਹਿੰਦੀ ਹੈਗੀ ਕਿ ਮੋਸਟਲੀ ਜਿਹੜੇ ਰੈਸੀਪੀਐਂਟ ਤੇ ਡੋਨਰ ਸੀ ਉਹ ਹਰਿਆਣਾ ਵਾਲੀ ਸਾਈਡ ਤੋਂ ਸੀ ਤੇ ਕਿਤੇ ਨਾ ਕਿਤੇ ਜਿਹੜੇ ਟਾਊਟਸ ਨੇ ਉਸ ਸਾਈਡ ਤੋਂ ਵੀ ਆਪਰੇਟ ਕਰ ਰਹੇ ਨੇ ਤੇ ਨੈਚੁਰਲੀ ਉਹਨਾਂ ਦੇ ਹੋਰ ਵੀ ਲਿੰਕੇजेस ਸਾਹਮਣੇ ਆ ਸਕਦੇ ਨੇ ਬਾਕੀ ਦੇ ਹਸਪੀਟਲਸ ਨਾਲ ਵੀ। Daily Post, Punjab, Haryana, Himachal. Journalism of hope.